ਵਿਗਾਸ ਦੇ 'ਚ ਖੇੜੇ ਦੇ 'ਚ ਫਰਕ ਨਹੀਂ ਪੈਂਦਾ। ਜਗਤ ਦੇ ਸਦੀਵੀ ਤੇ ਫੁੱਲ ਵੀ ਨਹੀਂ ਖਿੜਦਾ। ਜੋ ਦਿਨ ਨੂੰ ਖਿੜਿਆ ਰਾਤ ਨੂੰ ਮੁਰਝਾ ਜਾਂਦਾ, ਮੌਸਮ ਦੇ 'ਚ ਖਿੜਿਆ ਬੇਮੌਸਮੀ ਮੁਰਝਾ ਜਾਂਦਾ ਹੈ। ਨਾਨਕ ਭਗਤਾਂ ਸਦਾ ਵਿਗਾਸ, ਜੋ ਭਗਤ ਹੈ ਸਦੀਵੀ ਖੇੜੇ 'ਚ ਹੈ। ਕਾਰਨ ਕੀ ਹੈ? ਸੁਣੀਏ ਦੁਖ ਪਾਪ ਕਾ ਨਾਸ, ਉਹਦੇ ਦੁੱਖ ਨਾਸ ਹੋ ਗਏ, ਉਹਦੇ ਪਾਪ ਨਾਸ ਹੋ ਗਏ। ਦੁੱਖਾਂ ਦਾ ਬੀਜ ਸੀ ਪਾਪ, ਪਾਪ ਦੀ ਵਜ਼ਾਹਤ ਦਾਸ ਨੇ ਕੱਲ ਕੀਤੀ। ਮੇਰੇ ਜਿਸ ਕਰਮ ਤੋਂ ਕਿਸੇ ਨੂੰ ਵੀ ਚੋਟ ਪਹੁੰਚੇ, ਬਸ ਉਹੀ ਪਾਪ ਹੈ। ਔਰ ਪਹੁੰਚਾਈ ਗਈ ਚੋਟ ਪਲਟ ਕੇ ਵਾਪਸ ਆਉਂਦੀ ਹੈ, ਦਿੱਤਾ ਹੋਇਆ ਦੁੱਖ ਪਲਟ ਕੇ ਵਾਪਸ ਆਉਂਦਾ ਹੈ। ਰੱਬੀ ਨਿਜ਼ਾਮ, ਈਸ਼ਵਰੀ ਨਿਯਮ। ਕਿਸੇ ਨੂੰ ਮਨੁੱਖ ਦੁੱਖ ਦੇ ਚੁੱਕਿਆ ਹੈ तो इतनी गल स्पष्ट है, दुख भोगन ਲਈ ਤਿਆਰ भी हो जाए। ईरानी सूफी संत कह रहे हैं, यार रा खुद करदा रा इलाज नेस्त, जो तू कर चुके हैं ਉਹਦਾ इलाज मेरे कोल नहीं है। ਇੱਕੋ ਹੀ इलाज है, भोगन ਲਈ ਤਿਆਰ हो जा। यार रा खुद करदा रा इलाज नेस्त, करदनी ख्वाहिश ओ आमदनी पेश, जो तू कर चुके हैं तेरे सामने आवेगा। दुख दे चुके हैं, तेरी झोली च दुख वापस आएगा। किसी दी पग लाई है तो तेरे सिर ते सलामत नहीं रहनी। किसी दे रस्ते दा रोड़ा बने, तेरे रस्ते च भी कंडे ही कंडे। रब्बी नियम, ईश्वरी नियम। उस भगत दे अंदर इतना विगास क्यों है, खेड़ा क्यों है, सदीवी खुशी क्यों है? ਉਹਦੇ पाप मिट गए ते पाप दे मिटदियां दुख मिट गए। पाप दी छाप मिट गई। हर एक दा भला मंगदा है, बुरा नहीं मंगदा। यतन करके भला करदा है, बुरा करदा नहीं। ना बुरा सोचदा है, ना बुरा करदा है। मिट गई ये धारणा अंदरों। मन दे चों सारी बुराई निकल गई, तन दे चों सारी बुरी कृत निकल गई। ऐसा क्यों? सुनिए सुनिए दुख पाप का, सुनन करके। परमात्मा दा नाम सुनन करके। तरक खड़ी होवेगी, बड़ा कीर्तन सुने है, बड़ी कथा सुनी है, बड़ी बाणी सुनी है, ना पाप मिटिया। पाप नहीं मिटिया, क्योंकि दुख ही आ तो दुख पैदा हो रहा है पाप तो। दुख दा बीज पाप है, और दुख फल है, सुख फल है। अगर दुख सुख फल है तो फिर जरूर इसका कोई बीज है। बिना बीज तो फल किथे? दुख सुख फल है, कर्म बीज है। एक बीज मनुख जमीन दे च बोंदा है, धरती दे च बोंदा है। धरती दा बोया होया बीज ऐसा भी हो सकता है, मैं बीजिया खा कोई होर रहा है, दरख्त मैं लाया है, छां तले कोई होर बैठा है, ਉਹਦੇ फल कोई होर खा रहा है। पर जीवन दी धरती दे जो मनुख कर्म दा बीज बोंदा है, वो आप ही खाना पैंदा है। आप बीज आपे ही खा, वो दूजा नहीं खा सकता। मैं बीजिया मेरा पुत्र वो नहीं खा सकता। मैं बीजिया मेरा पिता वो नहीं खा सकता। यही कारण है सारी दुनिया दे च धन वधदा जा रहा है, धर्म घटदा जा रहा है। प्यो दा धन पुत्र दा धन हो सकता है, पर प्यो दा धर्म पुत्र दा धर्म नहीं हो सकता। पति दा धन पत्नी दा हो सकता है,
ਪਰ ਪਤੀ ਦਾ ਜਪਿਆ ਹੋਇਆ ਨਾਮ ਤੇ ਨਾਮ ਦਾ ਰਸ ਪਤਨੀ ਦਾ ਨਹੀਂ ਹੋ ਸਕਦਾ। ਇਸ ਸੰਬੰਧ ਵਿੱਚ ਮੈਂ ਕਈ ਦਫਾ ਆਪ ਨਾਲ ਜ਼ਿਕਰ ਕੀਤਾ, ਇਤਿਹਾਸਕ ਤੱਥ ਤੁਹਾਡੇ ਸਾਹਮਣੇ ਰੱਖਦੇ ਹਾਂ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਵਕਤ ਦੇ ਅਵਤਾਰੀ ਪੁਰਸ਼ ਨੇ, ਗੁਰੂ ਨਾਨਕ ਦੀ ਗੱਦੀ ਦੇ ਵਾਰਸ। ਉਹਨਾਂ ਦਾ ਵੱਡਾ ਸਾਹਿਬਜ਼ਾਦਾ ਪ੍ਰਿਥੀ ਚੰਦ ਸਾਰੀ ਜ਼ਿੰਦਗੀ ਗੁਰੂ ਰਾਮਦਾਸ ਜੀ ਨਾਲ ਝਗੜਦਾ ਰਿਹਾ। ਫਿਰ ਬਾਅਦ ਵਿੱਚ ਆਪਣੇ ਛੋਟੇ ਭਰਾਤਾ ਗੁਰੂ ਅਰਜਨ ਦੇਵ ਜੀ ਨਾਲ ਝਗੜਦਾ ਰਿਹਾ। ਭਾਈ ਗੁਰਦਾਸ ਜੀ ਨੂੰ ਮੀਣਾ ਆਖਣਾ ਪਿਆ। ਮੀਣਾ ਹੋਇਆ ਪ੍ਰਿਥੀਆ ਕਰ ਕਰ ਟੇਡਕ ਬਰਲ ਚਲਾਇਆ। ਔਰ ਜਦ ਬਾਰ-ਬਾਰ ਝਗੜਾ ਕਰਦਾ ਸੀ ਗੁਰੂ ਰਾਮਦਾਸ ਜੀ ਮਹਾਰਾਜ ਨਾਲ, ਸਤਿਗੁਰੂ ਸਮਝਾਉਂਦੇ ਸਨ, ਨਹੀਂ ਸਮਝਿਆ। ਗੁਰੂ ਰਾਮਦਾਸ ਜੀ ਦਾ ਇੱਕ ਸ਼ਬਦ ਵੀ ਹੈ, ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨ ਕੇ ਜਨੇ ਬਡੀਰੇ ਤੁਮ ਹੋ, ਤਿਨ ਸਿਉ ਝਗਰਤ ਪਾਪ। ਗੁਰੂ ਰਾਮਦਾਸ ਜੀ, ਇਹ ਤੇ ਪਾਪ ਹੈ ਤੂੰ ਕਰਦਾ। ਇੱਕ ਵਕਤ ਦਾ ਅਵਤਾਰੀ ਪੁਰਸ਼ ਔਰ ਇੱਕ ਉਸੇ ਹੀ ਅਵਤਾਰ ਨਾਲ, ਆਪਣੇ ਪਿਤਾ ਨਾਲ ਹੀ ਝਗੜਦਾ ਹੈ। ਪਿਤਾ ਦੀ ਦੌਲਤ, ਧਰਮ ਦੀ ਦੌਲਤ ਵਸੀਅਤ ਵਿੱਚ ਪੁੱਤਰ ਨੂੰ ਨਹੀਂ ਦਿੱਤੀ ਜਾ ਸਕਦੀ। ਅਗਰ ਐਸਾ ਹੁੰਦਾ ਤੇ ਗੁਰਗੱਦੀ ਤੇ ਗੁਰੂ ਨਾਨਕ ਸ੍ਰੀ ਚੰਦ ਨੂੰ ਬਿਠਾਉਂਦੇ, ਲਖਮੀ ਦਾਸ ਨੂੰ ਬਿਠਾਉਂਦੇ, ਲੈਣੇ ਨੂੰ ਬਿਠਾਉਣ ਦੀ ਲੋੜ ਹੀ ਨਹੀਂ ਸੀ। ਆਪਣੀ ਸੰਤਾਨ ਮੌਜੂਦ ਸੀ ਤੇ ਲੈਣੇ ਨੂੰ ਚੁਣਨ ਦੀ ਕੀ ਲੋੜ ਸੀ। ਗੁਰੂ ਅਮਰਦਾਸ ਜੀ ਮਹਾਰਾਜ ਆਪਣੇ ਬੱਚਿਆਂ ਨੂੰ ਬਿਠਾ ਸਕਦੇ ਸਨ? ਨਹੀਂ। ਇਹ ਵੀ ਮੈਂ ਅਰਜ਼ ਕਰਦੇ ਹਾਂ। ਪ੍ਰਹਿਲਾਦ ਧਾਰਮਿਕ ਹੈ, ਰੱਬੀ ਰਸ ਨਾਲ ਭਿਜਿਆ ਹੋਇਆ ਉਸਦਾ ਹਿਰਦਾ, ਸਵਾਸ ਸਵਾਸ ਨਾਮ ਜਪਣ ਵਾਲਾ। ਔਰ ਗੁਰੂ ਗ੍ਰੰਥ ਸਾਹਿਬ ਤੋਂ ਪੁੱਛੋ ਨਾਮ ਕਿਵੇਂ ਜਪੀਏ, ਤਾਂ ਕਬੀਰ ਕਹਿੰਦੇ ਨੇ, ਰਾਮ ਜਪੋ ਜੀ ਐਸੇ ਐਸੇ, ਧਰੁ ਪ੍ਰਹਿਲਾਦ ਜਪਿਓ ਹਰ ਜੈਸੇ। ਇਹ 70-80 ਸਾਲ ਦੇ ਬੁੱਢੇ ਰੱਬ ਦਾ ਨਾਂ ਇੰਜ ਜਪ ਜਿਵੇਂ 5 ਸਾਲ ਦੇ ਬੱਚੇ ਪ੍ਰਹਿਲਾਦ ਨੇ ਜਪਿਆ, ਧਰੁ ਨੇ ਜਪਿਆ। ਕਮਾਲ ਇਸ ਬੱਚੇ ਤੋਂ ਪ੍ਰੇਰਨਾ ਲਈ ਹੈ ਔਰ 5 ਸਾਲ ਦੇ ਬੱਚੇ ਤੋਂ। ਕਬੀਰ ਕਹਿੰਦੇ ਨੇ ਇੰਜ ਜਪ ਜਿਵੇਂ ਧਰੁ ਨੇ ਜਪਿਆ, ਇਸ ਤਰ੍ਹਾਂ ਜਪ ਜਿਵੇਂ ਪ੍ਰਹਿਲਾਦ ਨੇ ਜਪਿਆ। ਪ੍ਰਹਿਲਾਦ ਦੀ ਬੜੀ ਕੋਸ਼ਿਸ਼, ਇਹ ਜੋ ਰੱਬੀ ਰਸ ਮੇਰੇ ਕੋਲ ਹੈ, ਮੇਰੇ ਪਿਓ ਕੋਲ ਵੀ ਹੋਵੇ, ਤਾਂ ਪਿਓ ਕੋਲ ਨਹੀਂ ਸੀ। ਪਿਓ ਹਰਨਾਕਸ਼ ਦੁਸ਼ਟ, ਪੁੱਤਰ ਵਕਤ ਦਾ ਸੱਜਣ ਭਗਤ, ਪਿਤਾ ਦੁਸ਼ਟ। ਲੇਕਿਨ ਪੁੱਤਰ ਭਗਤ ਹੈ। ਇਹ ਉਹ ਦੌਲਤ ਹੈ ਵੰਡੀ ਨਹੀਂ ਜਾ ਸਕਦੀ, ਪ੍ਰੇਰਨਾ ਦਿੱਤੀ ਜਾ ਸਕਦੀ। ਅਗਰ ਵੰਡੀ ਵੀ ਜਾ ਸਕਦੀ ਤਾਂ ਦੁਨੀਆ 'ਚ ਇੱਕੋ ਹੀ ਅਵਤਾਰ ਦੀ ਲੋੜ ਸੀ, ਇਤਨੇ ਅਵਤਾਰਾਂ ਦੀ ਲੋੜ ਨਹੀਂ ਸੀ। ਇਹ ਮੈਂ ਅਰਜ਼ ਕਰਦੇ ਹਾਂ, ਇੱਕੋ ਹੀ ਅਵਤਾਰ ਨੇ ਜਗਤ ਦੀ ਝੋਲੀ 'ਚ ਪਾ ਦੇਣਾ ਸੀ ਤੇ ਅੱਗੋਂ ਲੋਕੀ ਦੂਜਿਆਂ ਦੀ ਝੋਲੀ 'ਚ ਪਾ ਦਿੰਦੇ ਨਹੀਂ। ਇਸ ਵਾਸਤੇ ਇੱਕ ਆਲਮ ਕਹਿੰਦਾ, ਹਜ਼ਾरों खिजर पैदा कर चुकी है नस्ल आदम की, ये सब तस्लीम लेकिन आदमी अब तक भटकता है। हजारां अवतार आ चुके ने लेकिन मनुख ते अज भी भटक रहा है। बंदे दे पल्ले ते अज भी धर्म कोई नहीं। आप दी ज्ञात लई अर्ज करा, वाकई जिन्हां कोल रब्बी रस है वो सैकड़ियां च एक दो नहीं, हजारां च एक दो नहीं, करोड़ां च एक दो ने। कोटन में नानक को नारायण जय चीत, कोई बहुत वड्डी गिनती नहीं है। प्रहलाद धार्मिक है लेकिन रब्बी रस अपने प्यो नूं नहीं दे सके। और प्रहलाद इतना वड्डा भगत है, 4-4 दिन प्यो ने भुखा रखे है, लेकिन ये भुख दे च भी नाम जपदा रहा। लोकी भरे पेट नाल भी नहीं जपते। वो जेल दी तंग तारीक कोठड़ी दे च भी प्रभु दे गीत गांदा रहा। लोकी अपने महलां दे च भी नहीं गांदे। वो तरह तरह दे तसैये सहारदा आया भी प्रभु दा शुकराना करदा रहा। तरह तरह दियां सौगातां प्राप्त करके भी लोकी शुकराना नहीं करते।
ਉਹ ਇਸ ਤਰ੍ਹਾਂ ਦਾ ਭਗਤ। ਉਮਰ ਕੀ ਹੈ? 5 ਸਾਲ। ਤਦੀ ਤੇ ਕਬੀਰ ਕਹਿੰਦੇ ਰਾਮ ਜਪੋ ਜੀ ਐਸੇ ਐਸੇ, ਧਰੁਵ ਪ੍ਰਹਿਲਾਦ ਜਪਿਓ ਹਰ ਜੈਸੇ। ਮੀਰਾ ਧਾਰਮਿਕ ਹੈ। ਮੀਰਾ ਦਾ ਪਤੀ ਚਿਤੌੜਗੜ੍ਹ ਦਾ ਰਾਣਾ ਧਾਰਮਿਕ ਨਹੀਂ ਹੈ। ਉਹਨੇ ਘਰੋਂ ਹੀ ਕੱਢ ਦਿੱਤਾ ਸੀ। ਜਿਨ੍ਹਾਂ ਨੇ ਇਤਿਹਾਸ ਨੂੰ ਪੜ੍ਹਿਆ ਉਹਨਾਂ ਨੇ ਕਿਹਾ ਸੀ ਮੈਨੂੰ ਪਤਨੀ ਚਾਹੀਦੀ ਹੈ, ਸੰਤਣੀ ਨਹੀਂ ਚਾਹੀਦੀ। ਇਹ ਤੇ ਮੇਰੀ ਸੰਤਣੀ ਮੇਰੇ ਪੱਲੇ ਬੰਨ ਦਿੱਤੀ। ਇਹ ਤੇ ਹਰ ਵਕਤ ਗੀਤ ਗਾਉਂਦੀ ਰਹਿੰਦੀ ਹੈ ਪਰਮਾਤਮਾ ਦੇ। ਇਹ ਤੇ ਪਤਾ ਨਹੀਂ ਕਿਹੜੇ ਲੋਕ ਦੀਆਂ ਗੱਲਾਂ ਕਰਦੀ ਰਹਿੰਦੀ ਹੈ। ਚਿਤੌੜਗੜ੍ਹ ਦੇ ਰਾਣੇ ਦਾ ਮੀਰਾ ਬਾਈ ਨਾਲ ਤਾਲਮੇਲ ਨਹੀਂ ਬੈਠਿਆ। ਔਰ ਮੀਰਾ ਹਰ ਵਕਤ ਪ੍ਰਾਰਥਨਾ ਕਰਦੀ ਸੀ, हे ਪ੍ਰਭੂ ਇਤਨਾ ਰਸ ਤੂੰ ਮੇਰੀ ਝੋਲੀ ਚ ਪਾ ਦਿੱਤਾ ਹੈ, ਡੁੱਲ ਡੁੱਲ ਕੇ ਪੈਂਦਾ ਹੈ, ਥੋੜਾ ਜਿਹਾ ਮੇਰੇ ਪਤੀ ਨੂੰ ਵੀ ਦੇ ਦੇ। ਪ੍ਰਾਰਥਨਾ ਵੀ ਕਰਦੀ ਸੀ, ਪਰ ਨਹੀਂ, ਉਸ ਪਤੀ ਨੇ ਤੇ ਘਰੋਂ ਕੱਢ ਦਿੱਤਾ। ਪਹਿਲੇ ਮਾਰਨ ਦੀ ਕੋਸ਼ਿਸ਼ ਕੀਤੀ ਜਾਨ ਤੋਂ, ਜ਼ਹਿਰ ਦਾ ਪਿਆਲਾ ਦਿੱਤਾ, ਪੀ ਗਈ, ਨਹੀਂ ਮਰੀ। ਸੱਪ ਭੇਜਿਆ ਡੰਗ ਮਾਰਨ ਵਾਸਤੇ, ਉਹਨੇ ਡੰਗ ਨਹੀਂ ਮਾਰਿਆ, ਫਿਰ ਘਰੋਂ ਕੱਢ ਦਿੱਤੀ। ਰਾਜਸਥਾਨ ਦੇ ਜੰਗਲਾਂ ਵਿੱਚ ਭਟਕਦੀ ਰਹੀ, ਕਿਉਂਕਿ ਕੋਈ ਸ਼ਹਿਰ ਦੇ ਚ ਨਹੀਂ ਵੜਨ ਦਿੰਦਾ ਸੀ, ਮੰਦਰ ਦੇ ਚ ਦਾਖਲ ਨਹੀਂ ਆਉਣ ਦਿੰਦਾ ਸੀ। ਦਰਖਤਾਂ ਤਲੇ ਬੈਠ ਕੇ ਇੱਕ ਤਾਰਾ ਵਜਾ ਕੇ ਪ੍ਰਭੂ ਦੇ ਗੀਤ ਗਾਉਂਦੀ ਰਹੀ। ਜਿਨ੍ਹਾਂ ਜਿਨ੍ਹਾਂ ਦਰਖਤਾਂ ਦੇ ਥੱਲੇ ਇਸਨੇ ਗੀਤ ਗਾਏ, ਅੱਜ ਰਾਜਸਥਾਨ ਦੇ ਉਹਨਾਂ ਰਾਜੇ ਮਹਾਰਾਜਿਆਂ ਤੇ ਜਾਗੀਰਦਾਰਾਂ ਨੇ ਸੋਨੇ ਦੇ ਮੰਦਰ ਖੜੇ ਕੀਤੇ ਨੇ। ਸਾਰਾ ਮਾਰਬਲ ਲਾਇਆ, ਸੋਨੇ ਦੇ ਕਲਸ਼ ਲਾਏ ਨੇ। ਮੀਰਾ ਧਾਰਮਿਕ ਸੀ, ਉਸਦਾ ਪਤੀ ਧਾਰਮਿਕ ਨਹੀਂ ਸੀ। ਤ੍ਰਿਲੋਚਨ ਧਾਰਮਿਕ ਸੀ, ਉਹਦੀ ਪਤਨੀ ਧਾਰਮਿਕ ਨਹੀਂ ਸੀ। ਇੱਕ ਸ਼ਬਦ ਤ੍ਰਿਲੋਚਨ ਨੇ ਆਪਣੀ ਪਤਨੀ ਦੇ ਪ੍ਰਤੀ ਉਚਾਰਨ ਕੀਤਾ। ਤ੍ਰਿਲੋਚਨ ਅੰਮ੍ਰਿਤ ਵੇਲੇ ਉੱਠ ਕੇ ਪ੍ਰਮਾਤਮਾ ਦੇ ਗੁਣਾਂ ਦਾ ਉਚਾਰਨ ਕਰਦਾ ਹੈ, ਪਰ ਇਹ ਵੀ ਅੰਮ੍ਰਿਤ ਵੇਲੇ ਨਾਲ ਉੱਠ ਕੇ ਗਾਲਾਂ ਹੀ ਕੱਢਦੀ ਹੈ ਰੱਬ ਨੂੰ। ਇੱਕ ਪ੍ਰਮਾਤਮਾ ਦੀ ਸਿਫਤੋ ਸਲਾਹ ਕਰਦਾ ਹੈ, ਇੱਕ ਪ੍ਰਮਾਤਮਾ ਦੀ ਨਿੰਦਾ ਕਰਦੀ ਹੈ। ਸ਼ਬਦ ਹੈ ਨਾਰਾਇਣ ਨਿੰਦਸ ਕਾਏ ਭੂਲੀ ਗਵਾਰੀ, ਤ੍ਰਿਲੋਚਨ ਜੀ ਦਾ। ਐ ਗਵਾਰ, ਐ ਨਾ ਸਮਝ, ਇਹ ਕੀ ਕਰਦੀ ਹੈ ਅੰਮ੍ਰਿਤ ਵੇਲੇ? ਸਿਫਤੋ ਸਲਾਹ ਦਾ ਵਕਤ ਨਿੰਦਾ ਕਰਦੀ ਹੈ। ਨਾਰਾਇਣ ਨਿੰਦਸ ਕਾਏ ਭੂਲੀ ਗਵਾਰੀ, ਦੁਖਰਤ ਸੁਕਰਤ ਥਾਰੋ ਕਰਮਰੀ। ਦੁਖੀ ਬਹੁਤ ਸੀ, ਤਨ ਕਰਕੇ ਇੱਕ ਰੋਗੀ ਸੀ ਤੇ ਅਧਕੜ ਉਮਰ ਹੋ ਗਈ ਸੀ, ਔਲਾਦ ਵੀ ਨਹੀਂ ਸੀ, ਬੱਚਾ ਵੀ ਨਹੀਂ ਸੀ। ਤੋ ਕਹਿੰਦੀ ਸੀ ਇਸ ਨਾਰਾਇਣ ਨੇ ਕੀ ਦਿੱਤਾ ਸਾਨੂੰ, ਇਹਦੇ ਗੀਤ ਗਾਈਏ। ਰੋਗ ਦਿੱਤਾ ਹੈ, ਰੋਗੀ ਤਨ ਦਿੱਤਾ ਹੈ, ਤੇ ਬੇ ਔਲਾਦ, ਔਲਾਦ ਕੋਈ ਨਹੀਂ। ਕੀ ਲੋੜ ਹੈ ਇਸ ਦੀ ਸਿਫਤੋ ਸਲਾਹ ਕਰਨ ਦੀ? ਤ੍ਰਿਲੋਚਨ ਸਮਝਾਉਂਦੇ ਨੇ ਦੁਕਰਤ ਸੁਕਰਤ ਥਾਰੋ ਕਰਮਰੀ, ਦੁੱਖ ਸੁੱਖ ਤੇ ਤੇਰੇ ਕਰਮਾਂ ਦਾ ਫਲ ਹੈ। ਦੁੱਖ ਸੁੱਖ ਤੇ ਫਲ ਹੈ, ਤੇ ਜੇ ਫਲ ਹੈ ਤੇ ਉਸ ਦਾ ਬੀਜ ਹੈ, ਉਸ ਦਾ ਬੀਜ ਹੈ ਤੇਰੇ ਕਰਮ। ਤੇ ਪਹਿਲੇ ਹੀ ਤੂੰ ਦੁੱਖ ਭੋਗ ਰਹੀ ਹੈ ਤੇ ਫਿਰ ਉਹ ਬੀਜ ਬੋ ਰਹੀ ਹੈ ਜਿਸ ਤੋਂ ਹੋਰ ਦੁੱਖ ਪੈਦਾ ਹੋਵੇਗਾ, ਹੋਰ ਦੁੱਖ ਪੈਦਾ ਹੋਵੇਗਾ। ਸਮਝਾਉਂਦੇ ਨੇ ਤ੍ਰਿਲੋਚਨ ਆਪਣੀ ਪਤਨੀ ਨੇ ਸਾਰਾ ਸ਼ਬਦ ਆਪਣੀ ਪਤਨੀ ਦੇ ਪ੍ਰਤੀ ਉਚਾਰਨ ਕੀਤਾ, ਲੇਕਿਨ ਪਤਨੀ ਵੀ ਆਖਿਰ ਤ੍ਰਿਲੋਚਨ ਦੀ ਸੀ। ਕਹਿਣ ਲੱਗੀ ਜਿਸ ਦੀ ਬੰਦਗੀ ਕਰਨ ਨਾਲ, ਜਿਸ ਦੇ ਗੁਣ ਗਾਇਨ ਕਰਨ ਨਾਲ ਕੀਤੇ ਕਰਮ ਮਿਟ ਹੀ ਨਹੀਂ ਸਕਦੇ, तो फिर गुण गायन करन दा मतलब की है? सिफतो सलाह करम दा मतलब की है? बड़ियां दलीलां दित्तियां त्रिलोचन ने। कीता कर्म नहीं मिटदा, कृत कर्म नहीं मिटदा। और फिर इस शब्द दी अखीरलियां पंक्तियां, चूंकि इस वक्त प्रकरण नहीं है मेरा, पूर्व लो कृत कर्म न मिटेरी घर गहन नहीं मिटदा। पूर्व लो कृत कर्म न मिटेरी घर गहन, तांचे मो जापी अले राम चे नामंगे। इस वास्ते मैं प्रभु दा नाम जपदा, कर्म ते मिटना ही नहीं।
पर त्रिलोचन दी पत्नी आखिर त्रिलोचन दी, ते जे मिटना ही नहीं तो राम जपण दा मतलब, मिटना ही नहीं तो प्रभु दी बंदगी दा मतलब है। प्रभु दी बंदगी मनुख दी सुरत नूं, मनुख दे ध्यान नूं इतना उच्चा कर देंदी है, दुख सुख उसदे पैरां दे थल्लों लंघ जांदे। नहीं तो अक्सर मनुखां नूं किधरे सुख हिला के रख देंदे, किधरे दुख हिला के रख देंदे। कोई सुख करके अयाश ते बदमाश हंकारी हो गया है, कोई दुख करके बेचैन ते बेहाल हो गया है। रस्ते दा रोड़ा बन गया किधरे सुख, रस्ते दा रोड़ा बन गया किधरे दुख। कोई दुखां दे रोड़े नूं नहीं हटा सकिया, कोई सुखां दे रोड़े नूं नहीं, रुक गए ने। पर ओ मनुख कसवटी ते पूरा उतर गया, रोड़ियां दे उपरों लंघ आया है। रोड़े ते कोई गल नहीं, असी रुकना नहीं है। दुख ते कोई गल नहीं, ना सुख ने हिलाया ना दुख ने हिलाया। धन गुरु तेग बहादुर साहब जी महाराज दे बोल, जो नर दुख में दुख नहीं माने। दुख ते आया है, पर हुण दुख मन नूं नहीं छूंदा। अगर तन नूं छू भी गया तो ठीक है। हुण उस दुख दे प्रति मन विच शोक नहीं पैदा होंदा, चिंता नहीं पैदा होंदी, दुख नहीं पैदा होंदा, संताप नहीं पैदा होंदा। कोई बारों औकड़ आ गई है, कोई गल नहीं। कोई तन विच रोग पैदा हो गया, कोई गल नहीं। जो नर दुख में दुख नहीं माने, सुख सने अर भय नहीं जाके। ते सुख नाल कोई इतनी हुण पकड़ भी नहीं रहेगी, कोई बहुती पकड़ भी नहीं रहेगी। नहीं तो अक्सर मनुख की जिंदगी इंज बतीत होती है, दुख सुख करत जन्म फुन मोआ। दुख दे च रोंदा रहा, सुख दे च हसदा रहा, आखिर मर गया। यही मनुख की जिंदगी होर की है। मैनू एक छोटी जी गाथा याद आई है। ईरान दे शहनशाह ने किधरे फिरदौसी नूं कहा, मैं सारे संसार दियां इतिहासक घटनावां नूं जानना चाहना। सारे संसार, हर मुल्क, हर कौम विच जो इतिहासक वाक़े होए ने, जो काबिले दीद होवन, काबिले शुनीद होवन, वो मैं जानना चाहना। तो संसार दियां सारियां ये महान घटनावां लिखती रूप विच मेरे सामने लिया। फिरदौसी शायर से और आपकी ज्ञात लई अर्ज करा, धन गुरु गोबिंद सिंह जी महाराज भी फिरदौसी नूं सन्मान देंदे ने। जफरनामा लिखिया है औरंगजेब नूं, जित दी जो चिट्ठी लिखी है, जफरनामे का मतलब जित दियां चिट्ठियां। उहदे च धन गुरु गोबिंद सिंह जी महाराज कहते ने, चे खुश गुफ्त फिरदौसीए खुशतर जवां के जूदी बवद कारे आहिर मना। औरंगजेब, चल तो मेरी गल नहीं मननी सी ते ना सही, किसे होर संत महापुरुष की गल नहीं मननी सी ते ना सही। कम से कम तेरा दीनी भिरा इस्लाम नूं मनण वाला फिरदौसी ओदी गल ही मन लैंदा। कितना सोहना उसने लिखा है धन गुरु गोबिंद सिंह जी महाराज। चे खुश गुफ्त फिरदौसी खुशतर जवां, कितना उसने चंगा लिखा है, कितने चंगे बोल उसने बोले ने, कितना महान दर्श दिता है उसने जगत नूं कि जूदी बवद कार आहिर मना। जल्दबाजी करना शैताना दा काम होंदा है, जल्दबाजी दे ध्यान गहरा नहीं जाता। तू इतना जल्दबाज मनुख है, उसी जल्दबाजी तू अपने प्यो नूं जेल च पाया, उसी जल्दबाजी तू अपने तिन्ने बिरा कतल कीते, उसे जल्दबाजी दे च आके तू अपनी वड्डी बहन जहां आरा नूं गुत्तों धरो के जेल दे च पाया।
ਉਹ ਦਾਰੇ ਦਾ ਪੱਖ ਲੈਂਦੀ ਸੀ, ਪਿਓ ਦਾ ਪੱਖ ਲੈਂਦੀ ਸੀ, ਔਰੰਗਜ਼ੇਬ ਦੀ ਮੁਖਾਲਫਤ ਕਰਦੀ ਸੀ। ਔਰ ਮੂੰਹ ਦੇ ਉੱਤੇ ਔਰੰਗਜ਼ੇਬ ਨੂੰ ਉਦੋਂ ਗਾਲਾਂ ਕੱਢਣ ਲੱਗ ਪਈ ਜਦੋਂ ਪਤਾ ਚੱਲਿਆ ਕਿ ਔਰੰਗਜ਼ੇਬ ਨੇ ਦਾਰੇ ਨੂੰ ਵੀ ਕਤਲ ਕਰ ਦਿੱਤਾ ਹੈ। ਦਾਰਾ ਫਕੀਰ ਤਬੀਅਤ ਬੰਦਾ ਸੀ, ਦਾਨੀ ਸੁਭਾਅ ਦਾ ਵੀ ਸੀ ਤੇ ਗਿਆਨੀ ਵੀ ਸੀ, ਸ਼ਾਇਰ ਤਬੀਅਤ ਵੀ ਸੀ, ਉਸ ਨੂੰ ਵੀ ਕਤਲ ਕਰ ਦਿੱਤਾ। ਤੇ ਜਦ ਜਹਾਂ ਆਰਾ ਗਾਲਾਂ ਕੱਢਣ ਲੱਗੀ, ਔਰੰਗਜ਼ੇਬ ਨੂੰ ਝਾੜਨ ਲੱਗੀ, ਗੁੱਤੋਂ ਧਰੂ ਕੇ ਉਸ ਨੂੰ ਵੀ ਬੰਦ ਕੀਤਾ। 7 ਸਾਲ ਜੇਲ੍ਹ ਦੇ ਚ ਰਹੀ ਹੈ, ਮਰੀ ਵੀ ਜੇਲ੍ਹ ਦੇ ਚ। ਮਹਾਰਾਜ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ, ਕਮ ਸੇ ਕਮ ਤੂੰ ਫਿਰਦੌਸੀ ਦੀ ਗੱਲ ਮੰਨ ਲੈਂਦਾ। ਜਲਦਬਾਜ਼ੀ ਤੇ ਸ਼ੈਤਾਨਾਂ ਦਾ ਕੰਮ ਆਉਂਦਾ ਹੈ ਤੇ ਤੇਰੇ ਹਰ ਕੰਮ ਦੇ ਉੱਤੇ ਸ਼ੈਤਾਨੀਅਤ ਦੀ ਮੋਹਰ ਲੱਗੀ ਹੈ, ਕਿਉਂਕਿ ਤੂੰ ਜਲਦਬਾਜ਼ੀ ਕੀਤੀ ਹੈ, ਗਹਿਰਾਈ ਨਾਲ ਸੋਚਿਆ ਹੀ ਨਹੀਂ, ਕਿਸੇ ਗੱਲ ਦੀ ਜੋ ਹੈ ਤਹਿ ਦੇ ਜੋ ਹੈ ਤੂੰ ਗਿਆ ਹੀ ਨਹੀਂ, ਗਹਿਰਾਈ ਦੇ ਜੋ ਹੈ ਤੂੰ ਗਿਆ ਹੀ ਨਹੀਂ, ਉਸ ਨੂੰ ਸਮਝਣ ਦੀ ਤੂੰ ਕੋਸ਼ਿਸ਼ ਹੀ ਨਹੀਂ ਕੀਤੀ। ਜੇ ਖੁਸ਼ਗੁਫਤ ਫਿਰਦੌਸੀ ਏ ਖੁਸ਼ਤਰ ਜ਼ਬਾਂ ਕਿ ਜ਼ੂਦੀ ਬਵਦ ਕਾਰ ਆਹਿਰ ਮਨਾ। ਆਪਦੀ ਗਿਆਤ ਲਈ ਅਰਜ਼ ਕਰਾਂ, ਦੁੱਖ ਸੁੱਖ ਕਸਵਟੀ ਹੈ, ਕੋਈ ਦੁੱਖ ਤੇ ਪੂਰਾ ਨਹੀਂ ਉਤਰਦਾ, ਕੋਈ ਸੁੱਖ ਤੇ ਪੂਰਾ ਨਹੀਂ ਉਤਰਦਾ। ਬਥੇਰਿਆਂ ਨੂੰ ਸੁੱਖ ਨੇ ਰੋਕ ਕੇ ਰੱਖਿਆ ਹੋਇਆ ਹੈ, ਬਥੇਰਿਆਂ ਨੂੰ ਦੁੱਖ ਨੇ ਰੋਕ ਕੇ ਰੱਖਿਆ ਹੋਇਆ। ਕੋਈ ਇਤਨਾ ਸੁਖਿਆਰਾ ਹੈ, ਇਤਨਾ ਸੁਖਿਆਰਾ ਹੈ, ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਵਾਹਿਗੁਰੂ ਮੰਤਰ ਨਹੀਂ ਜਪ ਸਕਦਾ। ਕੋਈ ਦੁੱਖ ਕਰਕੇ ਇਤਨਾ ਬੇਚੈਨ ਹੈ, ਇਤਨਾ ਬੇਚੈਨ ਹੈ, ਨਹੀਂ ਜਪ ਕਰ ਸਕਦਾ। ਕੋਈ ਇਤਨਾ ਸੁਖਿਆਰਾ ਹੈ, ਇਤਨਾ ਸੁਖਿਆਰਾ ਹੈ, ਥੀਏਟਰ, ਕਲੱਬ, ਜੂਏ ਖਾਨੇ, ਸ਼ਰਾਬ ਖਾਨਿਆਂ ਦੇ ਦਰਵਾਜ਼ਿਆਂ ਦਾ ਇਸ ਨੂੰ ਪਤਾ ਹੈ, ਗੁਰਦੁਆਰੇ ਦਾ ਤੇ ਰਸਤਾ ਹੀ ਭੁੱਲ ਗਿਆ, ਧਰਮ ਮੰਦਰ ਦਾ ਤੇ ਰਸਤਾ ਹੀ ਭੁੱਲ ਗਿਆ। और कोई इतना दुखियारा है, इतना दुखी है, इतना बेचैन हो गया, इतना परेशान हो गया है, गुरुद्वारे आने ਨੂੰ ਇਸ ਦਾ ਜੀ ਨਹੀਂ ਕਰਦਾ, ਦੁੱਖ ਇਸ ਨੂੰ ਆਣ ਹੀ ਨਹੀਂ ਦਿੰਦਾ। ਕੋਈ ਦੁੱਖ ਦੀ ਕਸੌਟੀ ਤੇ ਪੂਰਾ ਨਹੀਂ ਉਤਰਦਾ, ਕੋਈ ਸੁੱਖ ਦੀ ਕਸੌਟੀ ਤੇ ਪੂਰਾ ਨਹੀਂ ਉਤਰਦਾ, ਔਰ ਪ੍ਰਮਾਤਮਾ ਦੀ ਹੋਰ ਕੋਈ ਕਸੌਟੀ ਨਹੀਂ ਹੈ, ਇਹੀ ਕਸੌਟੀ ਹੈ। कबीर कसौटी राम की झूठा टिके न कोय, राम कसौटी सो सहे जो मर जीवा होए। राम दी कसौटी की है दुख सुख, कोई दुख ते पूरा नहीं उतरदा, कोई सुख ते पूरा नहीं उतरदा। किसी दा सिखी सिदक दुखां दे अथाह जल दे डुब के रह जांदा है, गर्क हो जांदा है। ਉਹਦੀ ਸਿੱਖੀ ਗਰਕ ਹੋ ਗਈ, ਉਹਦਾ ਨਿਤਨੇਮ ਡੁੱਬ ਗਿਆ, ਉਹਦੀ ਰਹਿਤ ਬਹਿਤ ਡੁੱਬ ਗਈ, ਸਭ ਕੁਝ ਡੁੱਬ ਗਿਆ, ਔਰ ਕੋਈ ਸੁੱਖਾਂ ਦੇ ਚ ਗਰਕ ਹੋ ਕੇ ਰਹਿ ਜਾਂਦਾ ਹੈ। ਗੁਰੂ ਦੀ ਮੋਹਰ ਡੁੱਬ ਗਈ, ਗੁਰੂ ਦੀ ਰਹਿਤ ਬਹਿਤ ਡੁੱਬ ਗਈ, ਨਿਤਨੇਮ ਡੁੱਬ ਗਿਆ, ਅੰਮ੍ਰਿਤ ਵੇਲਾ ਡੁੱਬ ਗਿਆ, ਸਤਸੰਗ ਡੁੱਬ ਗਿਆ, ਗੁਰਬਾਣੀ ਦਾ ਪਾਠ ਡੁੱਬ ਗਿਆ, ਸਭ ਕੁਝ ਗਰਕ ਹੋ ਗਿਆ। ਕਿਸੇ ਦਾ ਸੁੱਖ ਦੇ ਚ ਡੁੱਬ ਗਿਆ, ਕਿਸੇ ਦਾ ਦੁੱਖ ਦੇ ਚ। ਮਹਾਰਾਜ ਗੁਰੂ ਨਾਨਕ ਦੇਵ ਜੀ ਤੇ ਕਹਿੰਦੇ ਨੇ, ਮੈਂ ਤੇ ਦੇਖਦਾ ਹਮ ਦੇਖਾਂ ਤੈਂ ਡੁੱਬੇ ਹਲੇ, ਸਭ ਡੁੱਬੇ ਪਏ ਨੇ, ਸਭ ਗਰਕ ਹੋਏ ਪਏ ਨੇ। ਕਿਸੇ ਨੂੰ ਸੁੱਖ ਨੇ ਗਰਕ ਕਰਕੇ ਰੱਖ ਦਿੱਤਾ ਹੈ, ਕਿਸੇ ਨੂੰ ਦੁੱਖ ਨੇ ਗਰਕ ਕਰਕੇ ਰੱਖ ਦਿੱਤਾ ਹੈ। ਦੁੱਖ ਸੁੱਖ ਕਰਤ ਜਨਮ ਪੁਨਮ ਹੁਆ, ਕਦੀ ਦੁਖੀ ਕਦੀ ਸੁਖੀ, ਕਦੀ ਸੁਖੀ ਕਦੀ ਦੁਖੀ, ਆਖਰ ਮਰ ਗਿਆ। ਫਿਰਦੌਸੀ ਨੂੰ ਕਿਹਾ, ਤੂੰ ਸਾਰੇ ਸੰਸਾਰ ਦਾ ਇਤਿਹਾਸ ਲਿਖ। ਉਹਨੇ ਆਖਿਆ, ਜਹਾਂ ਪਨਾਹ ਕਮ ਸੇ ਕਮ 6 ਮਹੀਨੇ ਤੇ ਚਾਹੀਦੇ। ਤੁਸੀਂ ਸਾਰੇ ਸੰਸਾਰ ਦਾ ਇਤਿਹਾਸ ਕਹਿੰਦੇ ਹੋ, ਈਰਾਨ ਦੇ ਜੋ ਤਵਾਰੀਖੀ ਘਟਨਾਵਾਂ ਜੇ ਉਹਨਾਂ ਨੂੰ ਵੀ ਮੈਂ ਸੰਗ੍ਰਹਿ ਕਰਾਂ, ਲਿਖਤੀ ਰੂਪ ਦਿਆਂ, ਤੇ ਕਾਫੀ ਸਮਾਂ ਲੱਗੇਗਾ। ਪਰ ਸਾਰੀ ਦੁਨੀਆ, ਸਾਰਾ ਜਹਾਨ, ਸਾਰੀ ਜ਼ਮੀਨ ਦੇ ਉੱਤੇ ਜਿੰਨੇ ਮੁਲਕ ਨੇ, ਤੇ ਤਵਾਰੀਖੀ ਹਾਲਾਤ ਤੁਸੀਂ ਜਾਣਨਾ ਚਾਹੁੰਦੇ ਹੋ, ਕਮ ਸੇ ਕਮ 6 ਮਹੀਨੇ। ਬਾਦਸ਼ਾਹ ਨੇ ਕਿਹਾ, ਠੀਕ ਹੈ, 6 ਮਹੀਨੇ ਮੈਂ ਉਡੀਕ ਕਰਾਂਗਾ, ਤੂੰ ਸਾਰੇ ਸੰਸਾਰ ਦੀਆਂ ਇਤਿਹਾਸਕ ਘਟਨਾਵਾਂ ਨੂੰ ਲਿਖ ਕੇ ਲਿਆਵੇਂਗਾ।
और मैं उसनूं पढ़ांगा जगत दे विच अज तक की कुछ होया है। 6 महीनों बाद 10 सैंचियां 10 पोथियां दे रूप विच फिरदौसी ने बादशाह दे अगों पोथियां रख दित्तियां। जहां पना तुसीं कहा सी संसार दा इतिहास अपनी तरफों कोशिश की है, जो मुख मुख हादसे होए ने, जो मुख मुख उपलब्धियां होईयां ने वख-वख देशां दे विच, मैं कलम बंद करने की कोशिश की है। पढ़ो। थब्बा पोथियां दा देख के कहन लगा है तू निरा मैनू वेला ही समझ लिया, यही पढ़दा रहा। छोटा करके लिया, शॉर्ट कर। ना इतना मेरे को समा किथे, इतना मेरे को वक्त किथे, तू इसका छोटा रूप बना। इतिहास कहता है विचारे नू 4 महीने फिर लगे 10 पोथियां नू 4 पोथियां दी शक्ल देण दे विच। वड्डे वड्डे हादसात उसने रहन दिते, वड्डे वड्डे उपलब्धियां जो वख वख देशां च होईयां वो ते रहन दित्तियां, बाकी कट दित्तियां। 4 सैंचियां जद अगों रखियां, बादशाह कहने लगा अजे भी ज्यादा है, मेरे को वक्त नहीं है, मैं बहुत मसरूफ। शायर अपनी तबीयत नाल लिखदा रहा है, शहनशाह दी अपनी तबीयत, इसनू छोटा कर। भावें फिरदौसी ने उस दिन आख्या जहां पना जो मैं लिख चुकिया उन्होंने छोटा करने कम से कम 4 गुणा मेहनत होर लगेगी। दुध नूं लस्सी बनांदियां देर नहीं लगती, पानी पाई जाओ। दुध नूं खोया बनांदियां देर लगेगी, दुध नूं घ्यो बनांदियां वक्त लगेगा। ठीक है, होर मैं छोटा करदा। एक किताब की शक्ल दे च लिया, सिर्फ एको ही कॉपी, एको ही किताब। बादशाह ने कहा नहीं, इस तो भी छोटा, ये भी 500 सफियां की तू पोथी लेके आ गया, मैं नहीं पढ़ सकता, इतना नहीं है समा मेरे को। बेचारा छोटा करन लगा। और शहनशाह दे सुभाव दा भी उसनूं पता सी, शायर सी, फकीर सी, पर उसके सुभाव नूं जानदा सी। अज जद महलों विच दाखिल होया है ते बादशाह बिस्तरे मरग ते पिया, आखिरी दमां ते दम तोड़ रहा सी। शाही तबीब कोल बैठे, फिरदौसी आया, कहंदा शहनशाह मैं संसार दा इतिहास लिख के ले आया, बहुत छोटे रूप विच, बहुत छोटे रूप विच। किथे किताब उसने हथ कीता अगों, कहंदा नहीं किताब की लोड़ नहीं, मैं सिर्फ एक लम्हे दे सुना सकदा थानू, एक लम्हे दे भाव 1 मिनट दे, इतना ही इतिहास है। तो ये बादशाह कहंदा मेरा आखिरी दम टुट जाए, सुना दे, छेती सुना, की इतिहास है। शहनशाह इतिहास यही है, मनुख जमदे ने, कदी दुखी आउंदे ने, कदी सुखी आउंदे ने, अखीर दे इस तरह दम तोड़ जाते हैं जिवें तू तोड़ रहे, बस यही इतिहास है, और कुछ भी नहीं, कुछ भी नहीं। दुख सुख करत जन्म फनम हुआ, चरण शरण गुर आश्रम दिया। महाराज कहते कदी दुख कदी सुख ते मर गए। कदी दुख ने इतना बेहाल कर दिता, जबान ते वाहिगुरु नहीं आया। कदी सुख ने इतना सुखियारा कर दिता, आलसी कर दिता, अमृत वेला खो गया, नितनेम खो गया, जब तब खो गया।
ਅਖੀਰ ਨੂੰ ਮਰ ਗਏ। ਦੁੱਖ ਸੁਖ ਕਰਤ ਜਨਮ ਫਨ ਮੁਆ, ਹਰ ਮਨੁੱਖ ਦੀ ਇਹੀ ਦਾਸਤਾਨ ਹੈ। ਇਸ ਕਥਾ ਤੋਂ ਇਲਾਵਾ ਹੋਰ ਕੀ ਕਥਾ ਹੈ? ਕੋਈ ਦੁੱਖ ਕਰਕੇ ਰੁਕਿਆ ਹੋਇਆ ਹੈ, ਕੋਈ ਸੁਖ ਕਰਕੇ ਰੁਕਿਆ ਹੋਇਆ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਅਗਰ ਕੋਈ ਪ੍ਰਮਾਤਮਾ ਦਾ ਨਾਮ ਸੁਣੇ, ਸੁਖ ਉਸ ਨੂੰ ਡੋਬੇਗਾ ਨਹੀਂ, ਰੋੜਾ ਨਹੀਂ ਬਣੇਗਾ। ਜਨਕ ਲਈ ਰੋੜਾ ਨਹੀਂ ਬਣਿਆ, ਮਹਾਰਾਜਾ ਰਣਜੀਤ ਸਿੰਘ ਲਈ ਰੋੜਾ ਨਹੀਂ ਬਣਿਆ। ਰਾਜ ਮੈਂ ਰਾਜ, ਜੋਗ ਮੈਂ ਜੋਗੀ, ਤੇ ਜੋ ਬਾਹਰੋਂ ਰਾਜਾ ਸੀ ਤੇ ਅੰਦਰੋਂ ਜੁੜਿਆ ਹੋਇਆ ਜੋਗੀ ਸੀ। ਭਾਈ ਗੁਰਦਾਸ ਜੈਸੀ ਆਤਮਾ ਨੂੰ ਵੀ ਕਹਿਣਾ ਪਿਆ, ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਰਾਜ ਸਿੰਘਾਸਣ ਨੇ, ਸੋਨੇ ਦੇ ਮਹਿਲਾਂ ਨੇ, ਤਰ੍ਹਾਂ ਤਰ੍ਹਾਂ ਦੇ ਪਕਵਾਨਾਂ ਨੇ, ਧਨ ਦੌਲਤ ਨੇ, ਪਰਿਵਾਰ ਨੇ, ਰਾਜ ਸਤਾ ਨੇ, ਇਸ ਨੂੰ ਰੋਕਿਆ ਨਹੀਂ। ਇਹ ਭਜਨ ਬੰਦਗੀ ਕਰਦਾ ਰਿਹਾ। ਵਿਆਸ ਜੈਸਾ ਰਿਸ਼ੀ ਆਪਣੇ ਬੱਚੇ ਸੁਖਦੇਵ ਨੂੰ ਕਹਿੰਦਾ ਹੈ, ਜੇ ਤੂੰ ਗਿਆਨ ਲੈਣਾ ਹੈ ਕਿਸੇ ਕੋਲੋਂ ਤਾਂ ਜਨਕ ਕੋਲ ਲੈ। ਸੁਖਦੇਵ ਕਹਿੰਦਾ, ਮੈਂ ਤਿਆਗੀ ਉਹ ਗ੍ਰਸਤੀ, ਮੈਂ ਫਕੀਰ ਸੰਨਿਆਸੀ ਉਹ ਰਾਜਾ, ਮੈਂ ਝੁੱਗੀ ਦੇ ਚ ਰਹਿ ਕੇ ਭਿਕਸ਼ਾ ਖਾਣ ਵਾਲਾ, ਉਹ ਤਰ੍ਹਾਂ ਤਰ੍ਹਾਂ ਦੇ ਪਕਵਾਨ ਖਾਣ ਵਾਲਾ, ਮੈਂ ਸਿਰਫ ਇੱਕ ਕੁਪੀਨ ਦੇ ਚ ਰਹਿਣ ਵਾਲਾ ਨੰਗਾ, ਉਹ ਤਰ੍ਹਾਂ ਤਰ੍ਹਾਂ ਦੇ ਕੀਮਤੀ ਬਸਤਰ ਪਹਿਨਣ ਵਾਲਾ, ਮੈਂ ਜ਼ਮੀਨ ਦੇ ਉੱਤੇ ਲੇਟਣ ਵਾਲਾ, ਉਹ ਸੋਨੇ ਦੇ ਸਿੰਘਾਸਣ ਤੇ ਬੈਠਣ ਵਾਲਾ, ਉਸ ਕੋਲ ਮੈਂ ਜਾ ਕੇ ਗਿਆਨ ਲਵਾਂ, ਉਸ ਕੋਲ ਮੈਂ ਜਾ ਕੇ ਸਿੱਖਿਆ ਲਵਾਂ। ਮੈਂ ਸੰਨਿਆਸੀ ਉਹ ਗ੍ਰਸਤੀ। ਪਤਾ ਹੈ ਵਿਆਸ ਨੇ ਕੀ ਆਖਿਆ? ਸੁਖਦੇਵ, ਉਹ ਗ੍ਰਸਤੀ ਹੁੰਦਿਆਂ ਹੋਇਆਂ ਵੀ ਸੰਨਿਆਸੀ ਹੈ, ਤੂੰ ਸੰਨਿਆਸੀ ਹੁੰਦਿਆਂ ਹੋਇਆਂ ਵੀ ਗ੍ਰਸਤੀ ਹੈ। ਤੂੰ ਤਿਆਗੀ ਹੁੰਦਿਆਂ ਹੋਇਆਂ ਵੀ ਤਿਆਗੀ ਨਹੀਂ ਹੈ, ਉਹ ਗ੍ਰਹਿਣ ਕਰਦਾ ਹੋਇਆ ਵੀ ਤਿਆਗੀ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਬਿਨ ਹਉ ਤਿਆਗ ਕਹਾਂ ਕੋ ਤਿਆਗੀ, ਬਿਨ ਬੈਰਾਗ ਕਹਾਂ ਕੋ ਬੈਰਾਗੀ। ਪਰਿਵਾਰ ਦਾ ਤਿਆਗ ਤਿਆਗ ਨਹੀਂ ਹੈ, ਧਨ ਦਾ ਤਿਆਗ ਤਿਆਗ ਨਹੀਂ ਹੈ, ਵਸਤਰਾਂ ਦਾ ਤਿਆਗ ਤਿਆਗ ਨਹੀਂ ਹੈ, ਹੰਕਾਰ ਦਾ ਤਿਆਗ ਤਿਆਗ ਹੈ। ਹੰਕਾਰ ਦਾ ਤਿਆਗ ਨਿਰੰਕਾਰ ਪ੍ਰਗਟ ਹੋ ਜਾਂਦਾ ਹੈ। ਮੈਂ ਕੁਛ ਵੀ ਨਹੀਂ, ਮੈਂ ਕੁਛ ਵੀ ਨਹੀਂ, ਇਹ ਅਗਰ ਆਖਰੀ ਸੀਮਾ ਤੇ ਆ ਜਾਏ ਤਾਂ ਤੂੰ ਪ੍ਰਗਟ ਹੋ ਜਾਂਦਾ ਹੈ, ਪ੍ਰਮਾਤਮਾ ਪ੍ਰਗਟ ਹੋ ਜਾਂਦਾ ਹੈ। ਜਨਕ ਇਸ ਤਰ੍ਹਾਂ ਜੀ ਰਿਹਾ ਹੈ, ਤੇਰੇ ਕੋਲ ਹੰਕਾਰ ਹੈ, ਉਸਦੇ ਕੋਲ ਵਿਨਿਮਰਤਾ ਹੈ। ਤੈਨੂੰ ਗਿਆਨ ਉੱਥੋਂ ਲੈਣਾ ਪਏਗਾ। ਮਹਾਰਾਜੇ ਤੇ ਸਿੱਖ ਜਗਤ ਦੇ ਚ ਬੜੇ ਹੋਏ ਨੇ, ਪਰ ਜਯੰਤੀ ਤੇ ਬਰਸੀ ਅੱਜ ਵੀ ਸਿੱਖ ਜਗਤ ਮਹਾਰਾਜਾ ਰਣਜੀਤ ਸਿੰਘ ਦੀ ਮਨਾਉਂਦਾ ਹੈ। ਉਸਨੇ ਆਪਣੇ ਖਜ਼ਾਨਿਆਂ ਦੇ ਦਰਵਾਜ਼ੇ ਖੋਲੇ ਗੁਰਦੁਆਰੇ ਬਣਾਉਣ ਲਈ। ਔਰ ਆਪ ਦੀ ਗਿਆਤ ਲਈ ਅਰਜ਼ ਕਰਾਂ, ਕਿਧਰੇ ਵਿਤਕਰੇ ਵਾਲਾ ਬਾਦਸ਼ਾਹ ਕੋਈ ਨਾ ਆਖੇ ਤਾਂ ਮੰਦਰ ਤੇ ਮਸਜਿਦਾਂ ਵੀ ਉਸੇ ਹੀ ਪੈਸੇ ਨਾਲ ਬਣੀਆਂ। ਜੰਮੂ ਦਾ ਰਘੁਨਾਥ ਮੰਦਰ ਮਹਾਰਾਜਾ ਰਣਜੀਤ ਸਿੰਘ ਦੀ ਦੇਣ। ਵਿਸ਼ਵਨਾਥ ਕਾਸ਼ੀ ਮੰਦਰ ਦਾ ਸੋਨੇ ਦਾ ਕਲਸ਼ 1 ਮਣ ਸੋਨਾ ਮਹਾਰਾਜਾ ਰਣਜੀਤ ਸਿੰਘ ਦੀ ਦੇਣ। ਕੁਰਾਨ ਸ਼ਰੀਫ ਦਾ ਪਹਿਲਾ ਟੀਕਾ ਲਿਖਣ ਦਾ ਸਾਰਾ ਮੁਆਵਜ਼ਾ ਮਹਾਰਾਜਾ ਰਣਜੀਤ ਸਿੰਘ ਦੀ ਦੇਣ। तमाम ਇਤਿਹਾਸਕ ਅਸਥਾਨਾਂ ਨਾਲ ਜਗੀਰ ਲਾਣੀ ਔਰ ਉਹਨਾਂ ਨੂੰ ਉਸਾਰਨਾ ਬਣਾਉਣਾ ਮਹਾਰਾਜਾ ਰਣਜੀਤ ਸਿੰਘ ਦੀ ਮਿਹਨਤ। ਜਿੱਥੇ ਬਾਕੀ ਸਿੱਖ ਰਾਜੇ ਆਪਣੀ ਸਿੱਖੀ ਨੂੰ ਨਾ ਬਚਾ ਸਕੇ, ਉੱਥੇ ਇਹ ਰਾਜਾ ਸਿੱਖੀ ਦੀ ਖਾਤਰ ਆਪਣਾ ਰਾਜ ਪਾਠ ਵੀ ਤਿਆਗ ਕਰਕੇ ਚਲਾ ਗਿਆ। ਇੰਜ ਕਹਿ ਲਓ, ਸਭ ਕੁਝ ਕੁਰਬਾਨ ਕੀਤਾ। ਇਸ ਵਾਸਤੇ ਸਿੱਖ ਜਗਤ ਇਸੇ ਦੀ ਜਯੰਤੀ ਮਨਾਉਂਦਾ ਹੈ, ਇਸੇ ਦੀ ਜੋ ਹੈ ਬਰਸੀ ਮਨਾਉਂਦਾ ਹੈ। ਇਹ ਰਾਜਾ ਹੁੰਦਿਆਂ ਹੋਇਆਂ ਵੀ ਸੰਨਿਆਸੀ ਹੈ। ਅਕਸਰ ਸੰਨਿਆਸੀ ਹੁੰਦਿਆਂ ਹੋਇਆਂ ਵੀ ਰਾਜੇ ਹੁੰਦੇ ਨੇ। ਖੈਰ ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ, ਜੋ ਪ੍ਰਮਾਤਮਾ ਦਾ ਨਾਮ ਸੁਣਦਾ ਹੈ, ਦੁੱਖ ਮਿਟ ਜਾਂਦੇ ਨੇ, ਸੁੱਖ ਮਿਟ ਜਾਂਦੇ ਨੇ, ਭਾਵ ਦੁੱਖ ਸੁੱਖ ਰੋਕਦੇ ਨੇ, ਕਿਉਂਕਿ ਪਾਪ ਮਿਟ ਜਾਂਦੇ ਹਨ। ਪਰ ਇਹ ਇੱਕ ਐਸੀ ਸੌਗਾਤ ਹੈ
अगर किसी को प्राप्त हो गई है, इंज हथ नाल चुक के किसी को नहीं दे सकता, प्रेरणा दे सकता है, शिक्षा दीक्षा दे सकता है। तो शिक्षा दे दे के अवतारी पुरुष थक भी गए ने, भगत थक भी गए ने। फरीद भी कहते ने मैं थक गया, कूकें दियां झांगें दियां मत्ती देंदियां नित, फरीदा जो शैतान वजाइयां से कित फेरन चित। जिन्हां दे मन ते शैतान दा इतना प्रभाव पै गया, इतना प्रभाव पै गया, उसे दे जेर असर जी रहे ने, वो मेरी गल किथे मनदे ने। मैं ते थक गया कह कह के। फरीद मत देंदियां देंदियां थक गया, समझांदियां समझांदियां थक गया, नहीं मनदे लोकी। ये मनुखता पता नहीं कितने अवतार, कितने संत, कितने भगत उन्होंने अपने मकसद विच असफल कर चुकी है, सफल नहीं करने दिता। ये भी मैं अर्ज करते हैं, बड़ी कोशिश सी मुहम्मद साहब दी इस्लाम फैले सारी दुनिया च। इस्लाम दा मतलब अमन सलामती, इन्ना ही सी उन्हां दा मतलब, इन्ना ही सी। मुसलमानां दे होर अर्थ होर भाव कढ़ के सिवाय खून खराबे तो होर किसी नूं भी जन्म नहीं दिता। आपस दे च भी लड़ रहे हैं, शिया सुन्नी फसाद हो जाते हैं। मैनू याद आई एक गल, पटना साहब तखत दे उत्ते एक लीडर पे बोले, हमारे देश की समस्याएं बहुत हैं, क्यों? यहां भिन्न भिन्न भाषाएं हैं, भिन्न भिन्न धर्म हैं, भिन्न भिन्न वर्ण हैं, तो यहां की समस्याएं और मुल्कों से अधिक हैं। इंज कहने लगा, किसी मुल्क दे च इक्को ही धर्म है, इक्को ही भाषा है, इक्को ही वर्ण है, उहदी समस्या थोड़ी है। साडे मुल्क दीयां समस्यावां इस वास्ते ज्यादा ने, वो बोल रहा सी, इत्थे मजहब एक नहीं, इत्थे भाषा एक नहीं है, इत्थे भेख एक नहीं है, इत्थे नस्ल भी एक नहीं है। इस वास्ते बाकी मुल्कां नालों साडे हिंदुस्तान दीयां समस्यावां ज्यादा ने। उत्ते लेक्चर दे के चला गया, मैं अंदर ही जज्बे लेके बैठा होया सी, मैं कि सुन के जावे गलत कह रहा है। कम से कम 70-80 हज़ार मनुख सुन रहे ने, इन्ना इकट्ठ है। प्रोग्राम सारा टेलीकास्ट भी हो रहा है और ये बोल रहे हैं। मैनू फिर उत्थे कहना पिया, सारे अरब देशों की भाषा इको है, अरबी बोलते हैं। सारियां दा धर्म भी इको है, मुसलमान ने। सारियां दा धर्म ग्रंथ भी इको है, कुरान शरीफ। सारियां दा इष्ट भी इको है, मुहम्मद साहब। ते सारे एक दूजे दे खून दे प्यासे, एक मुल्क दूजे दे खून दा प्यासा है। इराक ते कुवैत दी जंग ते हुणे ही सारी दुनिया ने देखी। पड़ोस दोवें ही अरबी, अरबी बोलते ने, मुसलमान ने, कुरान शरीफ पढ़ते ने, नमाज पढ़ते ने, मुहम्मद साहब नूं जो है मनते ने। जॉर्डन दी लीबिया नाल नहीं बनती, लीबिया दी इराक नाल नहीं बनती, इराक दी कुवैत नाल नहीं बनती। तुसीं इस तरह स्टडी करो, ये सारे एक दूजे दे खून दे प्यासे। इराक ईरान दी जंग ते 9 साल रही है, गल वखरी, थोड़ी जी भाषा एक नहीं है। ईरानी फारसी बोलते हैं, इराकी अरबी बोलते हैं, बाकी तो सब कुछ एक है। मजहब एक है, धर्म ग्रंथ एक है, इष्ट एक है। वो नमाज पढ़ते हैं, वो नमाज पढ़ते हैं, एक दूजे दे खून दे प्यासे। जिथे स्वार्थ टकरा जान, मजहब एक भी होवे तां भी मनुख एक नहीं हो सकता। आखिर सिख भी सिख नाल लड़ते हैं, और की है, हिंदू भी हिंदुआं नाल लड़ते हैं। जिथे स्वार्थ टकरा जाए, उथे भाषा भी एक नहीं होने देगी। हिंदी बोलन वाले भी आपस में लड़ते हैं, पंजाबी बोलन वाले भी लड़ते हैं, अरबी बोलन वाले भी लड़ते हैं। जिथे स्वार्थ टकरा जाए, भावें देश भी एक होवे तां भी लड़ाई होवेगी।
ਇੱਕ ਦੇਸ਼ ਵੀ ਇੱਕ ਨਹੀਂ ਹੋਣ ਦਿੰਦਾ, ਇੱਕ ਭਾਸ਼ਾ ਵੀ ਇੱਕ ਨਹੀਂ ਹੋਣ ਦਿੰਦੀ, ਇੱਕ ਮਜ਼ਹਬ ਵੀ ਇੱਕ ਨਹੀਂ ਹੋਣ ਦਿੰਦਾ, ਇੱਕ ਇਸ਼ਟ ਵੀ ਇੱਕ ਨਹੀਂ ਹੋਣ ਦਿੰਦਾ। ਸਾਰੇ ਮੁਸਲਮਾਨਾਂ ਦਾ ਇਸ਼ਟ ਮੁਹੰਮਦ, ਲੇਕਿਨ 72 ਫਿਰਕੇ ਬਣੇ ਹੋਏ ਨੇ, ਔਰ 72 ਦੇ ਚੇਂਜ ਕਹਿ ਲਓ 72,000 ਬਣੇ ਹੋਏ ਨੇ। ਜਿੱਥੇ ਜਿੱਥੇ ਸਵਾਰਥ ਟਕਰਾਂਦਾ ਹੈ, ਖੂਨ ਖਰਾਬ ਹੈ, ਬੜੇ ਪ੍ਰਬਲ ਖੂਨ ਖਰਾਬ ਹੈ। ਨਾ ਭਾਸ਼ਾ ਇੱਕ ਹੋਣ ਦਿੰਦੀ ਹੈ, ਨਾ ਮੁਲਕ ਇੱਕ ਹੋਣ ਦਿੰਦਾ ਹੈ, ਨਾ ਮਜ਼ਹਬ ਇੱਕ ਹੋਣ ਦਿੰਦਾ ਹੈ, ਨਾ ਇਸ਼ਟ ਇੱਕ ਹੋਣ ਦਿੰਦਾ ਹੈ। ਹਾਂ, ਕਿਧਰੇ ਮਨ ਇੱਕ ਨਾਲ ਜੁੜ ਜਾਏ, ਫਿਰ ਸਾਰੀ ਕਾਇਨਾਤ ਇੱਕ ਦਿਖਾਈ ਦਿੰਦੀ ਹੈ। ਫਿਰ ਮਨੁੱਖ ਦਿਲ ਦੀ ਗਹਿਰਾਈ ਤੋਂ ਉਸ ਪਰਮਾਤਮਾ ਕੋਲੋਂ ਮੰਗਦਾ ਹੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਹੇ ਪ੍ਰਭੂ, ਸਾਰਿਆਂ ਦੀ ਝੋਲੀ 'ਚ ਸੁੱਖ ਪਾ, ਸਭ ਨੂੰ ਸ਼ਾਂਤੀ ਦੇ, ਸਾਰਿਆਂ ਨੂੰ ਆਨੰਦ ਦੇ, ਹਰ ਇੱਕ ਦੇ ਰਸਤੇ ਦੇ ਰੋੜੇ ਦੂਰ ਹੋਣ, ਹਰ ਇੱਕ ਅਮਨ ਸਲਾਮਤੀ ਨਾਲ ਰਵੇ, ਸਾਰੀ ਦੁਨੀਆ ਅਮਨ ਸਲਾਮਤੀ ਨਾਲ ਰਵੇ। ਕਿਆ ਮੁਹੰਮਦ ਸਾਹਿਬ ਨੂੰ ਸਫਲਤਾ ਮਿਲੀ? ਕਤਈ ਨਹੀਂ। ਮਰਿਆਦਾ ਦੇ 'ਚ ਹੀ ਸਾਰੇ ਲੋਕੀ ਰਵਨ। ਕਿਆ ਇਹ ਸਫਲਤਾ ਰਾਮ ਨੂੰ ਮਿਲੀ? ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ। ਕਿਆ ਜੀਵਨ ਮਰਿਆਦਾ ਦੇ 'ਚ ਹੈ? ਭਾਰਤ ਵਾਸੀਆਂ ਦੀ ਮਰਿਆਦਾ ਦੇ 'ਚ ਨਹੀਂ, ਸਾਰੀ ਦੁਨੀਆ ਦੀ ਤੇ ਗੱਲ ਹੀ ਛੱਡੋ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ, ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਬਨ ਕੋ ਮੂਲ ਉਪਾਰਨ। ਧਰਮ ਨੂੰ ਚਲਾਣਾ, ਸੰਤ ਦੀ ਰਕਸ਼ਾ ਕਰਨੀ, ਦੁਸ਼ਟਾਂ ਦੀਆਂ ਜੜਾਂ ਉਖੜਨ, ਦੁਸ਼ਟਪਣੇ ਦੀਆਂ ਜੜਾਂ ਉਖੜਨ, ਮੇਰੀ ਜ਼ਿੰਦਗੀ ਦਾ ਇਹੀ ਮਨੋਰਥ। ਹਜ਼ਮ ਕਰ ਸਕੋਗੇ? क्या ये सब कुछ हो गया? क्या हो गया? इस मनुष्यता ने, इस बंदे ने पता नहीं कितने कितने अवतारां नूं अपने मकसद दे सफल नहीं होने दिता। मनुख दी ये तर्ज़े जिंदगी, मनुख इस ढंग नाल जी रहा है। दूसरी, सारी दुनिया च धन वधदा जा रहा है। एक पति अपना धन पत्नी नूं दे सकदा है, एक पिता पुत्र नूं दे सकदा है, दादा पोतरे नूं दे सकदा है, भरा भरा नूं दे सकदा है। धर्म रब्बी रस मैनू मिलिया मैं किसी नूं दे नहीं सकदा, दूजे नूं मिलिया मैनू नहीं दे सकदा। ये ते ऐसा नाम निरंजन होए जे को मन जाने मन कोई। अगलियां पौड़ियां सतगुर खोल देणगे। जिहड़ा जाणदा सो जाणदा, वो जना नहीं सकदा। जिहड़ा माणदा सो माणदा है, वो दूजे नूं दे नहीं सकदा। ये ऐसी दौलत है, खुद कमानी पैंदी है। ये ऐसी दवाई है, खानी भी आप पैंदी है, बनानी भी आप पैंदी है, बाजारों नहीं मिलती। इस वास्ते सुनी है, जो सुनदा है, महाराज कहंदे ने उहदे पाप नाश हो जांदे। जद पाप नाश हो जांदे ने, दुख नाश हो जांदे। दुख नाश हो गए, पाप नाश हो गए, इस तो मुराद ये नहीं कि दुख सुख उसनूं आउंदे ही नहीं, आउंदे ने, आम बंदियां नालों ज्यादा आउंदे ने।